ਬਾਬਾ ਜੀ ਬੜੀ ਦੇਰ ਦੀ ਗੱਲ ਹੈਗੀ ਆ। ਮੈਨੂੰ ਉਦੋਂ ਨਾਮਦਾਨ ਦੀ ਬਖਸ਼ਿਸ਼ ਵੀ ਹੋਈ ਨਹੀਂ ਸੀ। ਮੈਨੂੰ ਅੰਦਰ ਲਾਈਟ ਵੀ ਦਿਖਾਈ ਦਿੱਤੀ, ਬਾਕੀ ਪ੍ਰਕਾਸ਼ ਵੀ ਦਿਖਾਈ ਦਿੱਤਾ। ਉਦੋਂ ਬਾਅਦ ਫਿਰ ਇਹ ਮੌਕਾ ਨਹੀਂ ਮੈਨੂੰ ਮਿਲਿਆ ਜੀ। ਬਜ਼ੁਰਗੋ, ਮਾਲਿਕ ਕੋਈ ਚੀਜ਼ ਦੇ ਕੇ ਨਾ ਵਾਪਸ ਨਹੀਂ ਲੈਂਦਾ। ਉਹਦੇ ਘਰ 'ਚ ਕਿਸੇ ਚੀਜ਼ ਦਾ ਘਾਟਾ ਨਹੀਂ ਕਿ ਉਹਨੇ ਇੱਕ ਤੋਂ ਲੈ ਕੇ ਦੂਜੇ ਨੂੰ ਦੇਣਾ ਹੈ। ਸੋ ਜੋ ਉਹਨੇ ਇੱਕ ਵਾਰੀ ਦੇਤਾ ਉਹ ਸਾਡੇ ਕੋਲ ਹੀ ਹੈ। ਸਾਡਾ ਧਿਆਨ ਭਟਕ ਜਾਂਦਾ ਹੈ, ਕਦੇ ਆਪਣੀਆਂ ਬਿਮਾਰੀਆਂ ਵਿੱਚ, ਪਰਿਵਾਰਾਂ ਵਿੱਚ, ਇਹਨਾਂ ਚੀਜ਼ਾਂ ਵਿੱਚ ਚਲੇ ਜਾਂਦਾ ਹੈ। ਮਗਰ ਮਾਲਿਕ ਨੇ ਜੋ ਦਿੱਤਾ ਉਹ ਆਪਣੇ ਕੋਲ ਹੀ ਹੈ। ਹੁਣ ਜਿੱਥੇ ਤੱਕ ਪ੍ਰਕਾਸ਼ ਔਰ ਧੁੰਨ ਦੀ ਗੱਲ ਹੈ, ਪਰ ਪ੍ਰਕਾਸ਼ ਵੱਧਦਾ ਘਟਦਾ ਨਹੀਂ ਗਾ, ਸਾਡਾ ਧਿਆਨ ਵੱਧਦਾ ਘਟਦਾ ਹੈ। ਆਪਾਂ ਜੇ ਧਿਆਨ ਲਗਾਵਾਂਗੇ ਸਾਨੂੰ ਉਸੇ ਲਹਿਜ਼ੇ ਵਿੱਚ ਸਾਰਾ ਕੁਝ ਦਿਖਾਈ ਦੇਊਗਾ। ਬਾਬਾ ਜੀ ਥੋੜ੍ਹਾ ਜਿਹਾ ਧੱਕਾ ਲਾਓ ਹੋਰ। ਬਾਬਾ ਹੈ ਹੀ ਧੱਕਾ ਲਾਉਣ ਵਾਸਤੇ। ਬਾਬੇ ਦਾ ਹੋਰ ਕੰਮ ਕੀ ਹੈ? ਕੰਮ ਬਾਕੀ ਤਾਂ ਤੁਸੀਂ ਕਰਦੇ ਹੋ। ਬਾਬਾ ਤਾਂ ਬੈਠਾ ਹੀ ਇੱਥੇ ਹੈ ਕਿ ਧੱਕਾ ਲਾਈ ਜਾਵੇ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਆਪਣਾ ਕੰਮ ਪੂਰਾ ਕਰੋ। ਬਾਬਾ ਜੀ ਤੁਹਾਡੀ ਬਹੁਤ ਦਇਆ ਹੋਈ ਆ। ਮੈਂ ਇੱਕ ਕੈਂਸਰ ਵਰਗੀ ਬਿਮਾਰੀ ਤੋਂ ਰਿਕਵਰ ਹੋ ਕੇ ਆਈ ਹਾਂ। ਇਹਦੇ ਵਾਸਤੇ ਤੁਸੀਂ ਮੈਨੂੰ ਇੱਕ ਬਹੁਤ ਹੀ ਕੇਅਰਿੰਗ ਹਸਬੈਂਡ ਦਾ ਸਾਥ ਵੀ ਬਖਸ਼ਿਆ ਸੀ, ਜਿਹਦੇ ਨਾਲ ਮੈਂ ਅੱਜ ਠੀਕ ਹੋ ਕੇ ਤੁਹਾਡੇ ਸਾਹਮਣੇ ਖੜੀ ਹਾਂ। ਥੋੜ੍ਹੀ ਬਹੁਤੀ ਜਿਸਮਾਨੀ ਸੇਵਾ ਵੀ ਕਰਦੀ ਹਾਂ, ਪਰ ਹੁਣ ਮੈਂ ਚਾਹੁੰਦੀ ਹਾਂ ਕਿ ਮੈਂ ਇੰਨੀ ਰੂਹਾਨੀ ਸੇਵਾ ਵੀ ਕਰਾਂ। ਤਨ ਮਨ ਚਿੱਤ ਨੂੰ ਸਥਿਰ ਕਰਕੇ ਬਹੁਤ ਦ੍ਰਿੜਤਾ ਦੇ ਨਾਲ ਟੈਨਸ਼ਨ ਰਹਿਤ ਹੋ ਕੇ ਰੂਹਾਨੀ ਸੇਵਾ ਕਰਾਂ, ਨਾਮ ਦੀ ਕਮਾਈ ਕਰਾਂ, ਹੋਰ ਤੁਹਾਡੇ ਸ਼ਬਦ ਸਰੂਪ 'ਤੇ ਵਿਸਾਲ ਕਰ ਸਕਾਂ। ਬਾਬਾ ਜੀ ਪਲੀਜ਼ ਇੰਨੀ ਦਇਆ ਮੇਰ ਕਰ ਦਿਓ। ਬੀਬਾ ਦੇਖੋ, ਜਿੰਨੀਆਂ ਬਿਮਾਰੀਆਂ ਹੈ ਨਾ, ਇਹ ਦੁੱਖ ਤਕਲੀਫਾਂ ਹੈ, ਇਹ ਕਰਮਾਂ ਦਾ ਹਿਸਾਬ ਕਿਤਾਬ ਹੈ। ਹਾਂਜੀ। ਹੁਣ ਜੇ ਆਪਾਂ ਮਾਲਿਕ ਵਿੱਚ ਵਿਸ਼ਵਾਸ ਰੱਖਾਂਗੇ, ਹਰੇਕ ਚੀਜ਼ ਵਿੱਚੋਂ ਖੁਸ਼ੀ ਖੁਸ਼ੀ ਨਿਕਲ ਜਾਵਾਂਗੇ। ਕਦੇ ਵੀ ਨਹੀਂ ਇਹ ਸੋਚਣਾ ਚਾਹੀਦਾ ਕਿ ਜੀ ਬਸ ਹੁਣ ਬਿਮਾਰੀ ਆ ਗਈ ਤਾਂ ਹੁਣ ਕੀ ਹੋਊਗਾ। ਕਰਨ ਕਰਾਉਣ ਵਾਲਾ ਤਾਂ ਮਾਲਿਕ ਹੈ ਨਾ। ਜੀ। ਸੋ ਆਪਾਂ ਕਾਹਨੂੰ ਘਬਰਾਉਣਾ? ਜਿੱਦਣ ਲਿਖਿਆ ਉਸ ਦਿਨ ਤਾਂ ਚਲੇ ਹੀ ਜਾਣਾ। ਇਨਸਾਨ ਸਗੋਂ ਆਪਣੇ ਉੱਤੇ ਬੋਝ ਪਾ ਕੇ, ਘਬਰਾ ਕੇ, ਸਗੋਂ ਹੋਰ ਮੁਸੀਬਤ ਸਿਰ 'ਤੇ ਲੈ ਆਉਂਦਾ ਹੈ। ਵਿਸ਼ਵਾਸ ਰੱਖੋ, ਹਿੰਮਤ ਰੱਖੋ, ਆਪਣੇ ਤਰਫੋਂ ਪੂਰੀ ਕਰੀ ਚੱਲੋ। ਬਾਕੀ ਮਾਲਿਕ ਦੀ ਬਖਸ਼ਿਸ਼ ਹੈ, ਆਪਾਂ ਕਾਹਨੂੰ ਘਬਰਾਉਣਾ। ਬਸ ਬਾਬਾ ਜੀ, ਬਸ ਇੱਕੋ ਹੀ ਚਾਹੀਦਾ, ਤੁਹਾਡੇ ਸ਼ਬਦ ਦੇ ਵਿਸਾਲ ਕਰ ਸਕਾਂ ਤੁਹਾਡੇ ਸ਼ਬਦ ਸਰੂਪ 'ਤੇ। ਬਾਬਾ ਜੀ, ਹਜ਼ੂਰ ਮਹਾਰਾਜ ਜੀ ਤੋਂ ਨਾਮਦਾਨ ਦੀ ਬਖਸ਼ਿਸ਼ ਹੋਈ ਸੀ। ਸੇਵਾ ਦਾ ਵੀ ਬਹੁਤ ਮੌਕਾ ਦਿੱਤਾ ਉਹਨਾਂ ਨੇ। ਮੈਂ ਬੜੀ ਛੋਟੀ ਜਿਹੀ ਗੱਲ ਪੁੱਛਣੀ ਚਾਹੁੰਦਾ ਕਿ ਭਜਨ ਸਿਮਰਨ ਵੇਲੇ ਕੋਸ਼ਿਸ਼ ਕਰਨਾ ਕਿ ਉਹਨਾਂ ਦਾ ਹੀ ਧਿਆਨ ਕਰਾਂ, ਪਰ ਦਿਨ 'ਚ ਬਹੁਤ ਐਸੇ ਮੌਕੇ ਆਉਂਦੇ ਜਦ ਦਿਲ ਕਹਿੰਦਾ ਹੈ ਕਿ ਥੈਂਕ ਯੂ ਗੋਡ ਜ਼ਰੂਰ। ਉਸ ਵੇਲੇ ਕਿਉਂਕਿ ਉਹਨਾਂ ਦੇ ਬਾਅਦ ਸਕਰੀਨ ਵਗੈਰਾ ਲੱਗੇ, ਸਭ ਕੁਛ ਹੋਏ, ਤੁਹਾਡੇ ਦਰਸ਼ਨ ਦਾ ਬਹੁਤ ਮੌਕਾ ਮਿਲਿਆ। ਅਤੇ ਬਹੁਤ ਵਾਰੀ ਜਿਸ ਵੇਲੇ ਥੈਂਕ ਯੂ ਗੋਡ ਨਿਕਲਦਾ ਤਾਂ ਧਿਆਨ ਤੁਹਾਡਾ ਕਰਨਾ। ਇਜ਼ ਇਟ ਆਲ ਰਾਈਟ ਕਿ ਉਹਨਾਂ ਦਾ ਹੀ ਕਰਨਾ ਚਾਹੀਦਾ ਹੈ ਕਿ ਇਟਸ ਓਕੇ? ਭਾਈ ਸਾਹਿਬ, ਧਿਆਨ ਆਪਣੇ ਵਾਸਤੇ ਗੱਲ ਨਹੀਂ ਗੀ। ਧਿਆਨ ਆਪਣੇ ਆਪ ਆਊਗਾ ਜਦੋਂ ਮਨ ਟਿਕੂਗਾ। ਸਾਡਾ ਮਨ ਇਸ ਵਕਤ ਪ੍ਰਭਾਵਿਤ ਹੈ। ਜਿਹਦਾ ਵੀ ਜ਼ਿਆਦਾ ਪ੍ਰਭਾਵ ਪਿਆ ਹੋਇਆ ਹੈ ਉਹਦੀ ਸ਼ਕਲ ਉਹਨੇ ਸਾਹਮਣੇ ਖੜੀ ਕਰ ਦੇਣੀ ਹੈਗੀ ਹੈ। ਸੋ ਉਹ ਵੀ ਠੀਕ ਹੈ, ਕੋਈ ਇਹਦੇ 'ਚ ਮਾੜੀ ਗੱਲ ਨਹੀਂ ਗੀ। ਮਗਰ ਤੁਸੀਂ ਇਸ ਚੀਜ਼ ਨੂੰ ਮਨ 'ਚ ਬਿਠਾ ਲਓ ਕਿ ਜਦੋਂ ਮਨ ਟਿਕੂਗਾ ਧਿਆਨ ਉਹਨਾਂ ਦਾ ਹੀ ਆਊਗਾ ਜਿਸ ਤੋਂ ਆਪਾਂ ਨੂੰ ਨਾਮ ਮਿਲਿਆ ਹੈਗਾ। ਸੋ ਆਪਾਂ ਨਹੀਂ ਕਦੇ ਪਰਖ ਕਰਨੀ ਜਾਂ ਉਹਦੇ ਵਿੱਚ ਪੈਣਾ, ਬਸ ਕਰੀ ਚੱਲੋ ਤੁਸੀਂ। बाबा जी, मेरा पहला सवाल है कि हम सेवा करते हैं, जब बेशक डेरे में, डिपार्टमेंट्स में या हम बाहर कहीं सेंटर में सेवा करते हैं, और जब किसी पहलू पे डिस्कशंस होती हैं तो सभी डिस्कशन करते हैं और हर कोई अपना अपना पर्सपेक्टिव रखता है। और उस डिस्कशन में हम क्योंकि जीव हैं, हमारी कई बार वो आर्गूमेंट्स इतनी हाई अप हो जाती हैं, उस डिस्कशन में हम कभी मनमुटाव भी हो जाते हैं। तो ऐसे में हम अपने भजन सिमरन और उसको कैसे बैलेंस करें? क्या नहीं बेटा, डिस्कशन तो होनी चाहिए। अब देखो, हम सब बैठे हैं यहाँ, कर्मों करके बैठे हैं ना।
जी। कर्मों का मतलब है कि हमें कोई ना कोई इम्परफेक्शन है। अगर परफेक्ट हो जाते तो हमने यहाँ होना ही नहीं था बेटा, फिर तो हम मालिक के पास होते। इम्परफेक्ट हैं तो हर एक का अलग अलग सोच होगी, हर एक का अलग अलग पर्सपेक्टिव होगा। सभी सेवा के लिए इसीलिए तो आए हैं कि हम इकट्ठे होके अपनी सोच जोड़ के हम कोशिश करें कि वो ही करें जो संगत के लिए बेहतर है। अब एक काम है, आप 4-5 लोगों को दोगे, हर एक की अपनी सोच है कि उसने कैसे करना है। तो ऐसी बात नहीं है, ये होता है। ये मेरे साथ इतने ये HODs इतनी डिस्कशन करते हैं। आपने कभी हमारी एग्जीक्यूटिव कमेटी मीटिंग नहीं देखी, कितनी डिस्कशन होती है, आर्ग्यूमेंट होती है। तभी तो बेटा इंसान सीखेगा ना, तभी तो सही चीज़ सामने आएगी। अब ये सोचना कि भी एक इंसान सभी चीज़ों के हर एक पहलू की पहचान कर सकता है, वो तो नहीं हो पाएगा। तो हर एक ने अपनी सोच के अनुसार अपना पहलू रखना है और फिर हमने ये देखना है कि संगत के लिए क्या बेहतर है, वो सही है। सर बाबा जी, ऐसी हालत में जब माइंड डिस्टर्ब हो जाता है तो बड़ी माइंड को क्यों डिस्टर्ब बेटा, जब है ही संगत के लिए। जी। हमने अपनी सलाह देनी है, बाकी जो HOD है उसके ऊपर मुनसर है कि वो क्या करता है बेटा। आप अपनी तरफ से सुझाव दें, मगर जिम्मेवारी तो उसकी है ना, फिर उसको निर्णय करने दे कि उसने कौन सा अपनाना है रास्ता। और बाबा जी, मेरा दूसरा सवाल है कि हम अक्सर सुनते आए हैं अपने बड़े बुजुर्गों से कि जब पूर्ण संत सतगुरु किसी जीव को नामदान देते हैं तो वो उसका लेखा जोखा काल से ले लेते हैं। मेरे सत्संग में कभी ऐसी बात सुनी है? नहीं बाबा जी। तो फिर मैं तो कहता हूँ, कर्मों अपो अपनी के नेड़े के दूर, हर एक कर्म का हिसाब किताब देना पड़ेगा बेटा। जी। ये कहने की बातें हैं बेटा, इन झूठी तसल्लियों में मत पड़ें। दुनिया की सच्चाई ये है कि दुनिया में कोई चीज़ मुफ्त नहीं है, हर एक चीज़ का हिसाब किताब देना पड़ेगा, हर एक श्वास का हिसाब किताब देना पड़ेगा। बाबा जी, मैं एक मैसेज देना चाहता हूँ मेरी एक सिस्टर है, गुरु बहन है, जो मुझे सगे भाइयों जैसे प्यार करती हैं। तो जिस दिन से पता चला कि आपसे सवाल जवाब का सेशन होगा तो वो 10-15 दिन से लगातार फ़ोन करती हैं और उन्होंने कहा है कि बाबा जी को एक मैसेज देना मेरा। वो एक ऐसी सत्संगी, ऐसी फैमिली में उनकी शादी हुई है कि उनके परिवार में कोई सत्संगी नहीं है। वो पूजा पाठ बहुत करते हैं लेकिन सत्संगी नहीं है। और वो ऐसी रूह हैं कि वो सबकी बहुत सेवा करती हैं, बहुत तन मन से, और उन्होंने नामदान ले रखा है। और वो ऐसी हैं कि अगर उनको कोई छोटा बच्चा भी आधी रात को भी बोलेगा कि आप मुझे कुछ खाना है बना के दो, वो करेंगी। लेकिन वो कहती है कि मेरे अंदर सतगुरु के लिए तड़प नहीं है, हमारे अंदर भी नहीं है बाबा जी। तो उनकी तरफ से मैं हम सब की तरफ से आपसे अर्ज करता हूँ कि बेटा, आपने कभी सुना है सत्संग में कि पूजा पाठ बुरा है? बेटा देखो, हर एक ने मालिक से रिश्ता जोड़ना है, जिस मर्जी तरीके से जोड़े। मकसद है कि मालिक का कैसे शुक्रिया अदा करें। अब हर एक का अपना ढंग हो सकता है बेटा, हर एक का अपना तौर तरीका हो सकता है। मकसद को मत भूलें कि हमने मालिक के साथ रिश्ता जोड़ना है और उसका शुक्र करना है। Baba ji, there are moments in life which are like life changing, or maybe little moments that don't happen the way you expect them to happen, and then you sort of become indifferent to things, or probably your personality changes. So how does... Beta, can life go the way we want it to go? No, Baba ji. Is it possible that everybody gets his wishes answered? If everybody's wishes were answered, there would be chaos in this creation. Right. So sometimes our wishes will be answered and sometimes they won't be answered. And we have to make our mindset in that manner that we have to stay in His will, whichever way it goes. It's very difficult, Baba ji, at times. Beta, what is easy in life? Is pleasing your husband easy? Pleasing your in-laws easy? Looking after children easy? Earning money easy? What is easy? We all put in an effort, we all try and do our best. Right. And that's the way we need to approach it. Right, Baba ji. And at the ending of the day, you put your perspective forward, you make an effort, but then accept His will. Right. Baba ji, help me become more independent and help me and my family sail through this life and seva gracefully. How can you become independent, beta? We are all dependent on each other.
Yeah. There is no independence out here, beta. We will only become independent. Even that time, you won't become independent because then you will lose your identity. So that's the end of it. Right. We are all dependent. ठीक है ना? For everything we are dependent. So yes, one should stand on his own feet and one should look forward to being able to do things in the right way. But these are concepts we have created in our mind. Eventually, it ends up to the same thing. He is the doer, and we must stay in his will, and we must earn his grace. Right. Babaji, thank you for everything and bless us with good health and spiritual wealth. Radha.